ਲੋ ਜੀ ਦੋਸਤੋ, ਮੈਂ ਤੁਹਾਡਾ ਦੋਸਤ ਦੀਪਕ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ। ਦੋਸਤੋ, ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜਿਹੜੇ ਮੁੰਡੇ ਕੁੜੀਆਂ ਬਾਹਰ ਜਾਂਦੇ ਨੇ ਉਹਨਾਂ ਨੂੰ ਜਿਹੜੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਜੋ ਇੱਥੇ ਆ ਕੇ ਪ੍ਰੋਬਲਮਸ ਨੂੰ ਫੇਸ ਕਰਦੇ ਨੇ, ਤੇ ਸਪੈਸ਼ਲੀ ਜਿਹੜੇ ਸਾਡੇ ਵੀਰ ਜੋ ਕਿ ਇੰਡੀਆ ਵਿੱਚ ਵੈਲ ਸੈਟਲਡ ਹੁੰਦੇ ਨੇ, ਵੈਲ ਐਜੂਕੇਟਡ ਹੁੰਦੇ ਨੇ ਤੇ ਬਾਹਰ ਦੀ ਚਮਕ ਦਮਕ ਦੇਖ ਕੇ ਬਾਹਰਲੇ ਮੁਲਕਾਂ ਵਿੱਚ ਆ ਜਾਂਦੇ ਨੇ। ਫਿਰ ਜਦੋਂ ਇੱਥੇ ਆ ਜਾਂਦੇ ਨੇ ਤੇ ਪਛਤਾਉਂਦੇ ਨੇ, ਉਹਨਾਂ ਨੂੰ ਉਹਨਾਂ ਦੇ ਟਾਈਪ ਦੀ ਜੌਬ ਨਹੀਂ ਮਿਲਦੀ। ਇਹ ਸਾਰੀਆਂ ਮੈਂ ਗੱਲਾਂ ਕਰੂੰਗਾ ਤੁਹਾਡੇ ਨਾਲ। ਤੁਸੀਂ ਮੇਰੀ ਇਹ ਵੀਡੀਓ ਨੂੰ ਪਲੀਜ਼ ਐਂਡ ਤੱਕ ਦੇਖਣਾ। ਅਸੀਂ ਪਰਦੇਸੀ ਪਰਦੇਸਾਂ ਵਿੱਚ ਆਏ, ਅਸੀਂ ਸਾਰੇ ਦੁੱਖ ਸਹੀਏ ਆਪਣੇ ਦੇਸ਼ ਤੋਂ ਹੋਏ ਪਰਾਏ। ਮਿਹਨਤ ਕਰਦੇ ਯਾਦ ਪਿੰਡ ਦੀ ਆਵੇ, ਪਰ ਮਿੱਠੀ ਜੇਲ੍ਹ ਵਿੱਚ ਫਸਿਆ ਬੰਦਾ ਪਰਦੇਸੋਂ ਕਿਵੇਂ ਜਾਵੇ। ਧੋਖਾ ਕਰੀਏ ਧੋਖਾ ਖਾਈਏ, ਧੋਖਾ ਕਰੀਏ ਧੋਖਾ ਖਾਈਏ। ਚੰਗੇ ਮਾੜੇ ਕਰਮਾਂ ਦਾ ਸਿਰ ਤੇ ਭਾਰ ਚੜਾਈਏ। ਰੱਬਾ ਹੱਥ ਜੋੜ ਦੀਪਕ ਅਰਦਾਸ ਕਰੇ, ਆਖਰੀ ਵਕਤ ਇਹ ਆਪਣੇ ਪਿੰਡ ਮਰੇ। ਹਾਂਜੀ ਦੋਸਤੋ, ਅੱਜ ਮੈਂ ਗੱਲ ਕਰਾਂਗਾ ਬਾਹਰਲੇ ਮੁਲਕਾਂ ਦੀ ਚਮਕ ਦਮਕ ਦੀ, ਜਿਸ ਨੂੰ ਕਿ ਦੇਖ ਕੇ ਸਾਰੇ ਲੋਕੀ ਬਾਹਰਲੇ ਮੁਲਕਾਂ ਵੱਲ ਖਿੱਚੇ ਚਲੇ ਆਉਂਦੇ ਨੇ। ਦੋਸਤੋ, ਇਸ ਵੀਡੀਓ ਵਿੱਚ ਮੈਂ ਦੋ ਭਾਗਾਂ ਵਿੱਚ ਗੱਲ ਕਰਾਂਗਾ। ਪਹਿਲਾ ਭਾਗ ਜਿਹੜੇ ਸਾਡੇ ਪੁਰਾਣੇ ਵੀਰ ਜਿਨ੍ਹਾਂ ਨੂੰ 15-15 ਸਾਲ 20-20 ਸਾਲ ਹੋ ਗਏ ਨੇ ਬਾਹਰਲੇ ਮੁਲਕਾਂ 'ਚ ਗਿਆ ਨੂੰ, ਦੋਸਤੋ ਉਹ ਜਾਂਦੇ ਸੀ ਮਜਬੂਰੀ ਨੂੰ, ਗਰੀਬੀ ਹੁੰਦੀ ਸੀਗੀ, ਹਾਲਾਤ ਇਦਾਂ ਦੇ ਸੀ ਕਿ ਉਹਨਾਂ ਨੂੰ ਬਾਹਰਲੇ ਮੁਲਕਾਂ ਵਿੱਚ ਜਾਣਾ ਪੈਂਦਾ ਸੀ। ਤੇ ਦੂਸਰੀ ਅੱਜ ਦੀ ਜਨਰੇਸ਼ਨ ਜਿਨ੍ਹਾਂ ਵਿੱਚੋਂ ਮੈਂ ਵੀ ਹਾਂ, ਮਾਂ-ਬਾਪ ਜ਼ੋਰ ਲਗਾਉਂਦੇ ਨੇ ਮੁੰਡਿਆ ਪੜ੍ਹ ਲਾ, ਕੁੜੀਏ ਪੜ੍ਹ ਲਾ, ਪਰ ਅਸੀਂ ਪੜ੍ਹਦੇ ਨਹੀਂ। ਅਸੀਂ ਆਪਣੇ ਆਪ ਨਾਲ ਧੋਖਾ ਕਰਦੇ ਹਾਂ। ਫਿਰ ਜਦੋਂ ਅਸੀਂ +2 ਜਾਂ ਆਪਣੀ BA ਕਰ ਲੈਂਦੇ ਹਾਂ, ਆਪਣੀ ਜ਼ਿੰਦਗੀ 'ਚ ਸਕਸੈਸਫੁਲ ਨਹੀਂ ਹੁੰਦੇ, ਫਿਰ ਅਸੀਂ ਆਪਣੇ ਮਾਂ-ਬਾਪ ਨੂੰ ਪਰੇਸ਼ਾਨ ਕਰਦੇ ਹਾਂ, ਸਾਨੂੰ ਬਾਹਰ ਭੇਜੋ ਬਾਹਰ ਭੇਜੋ। ਮਾਂ-ਬਾਪ ਵਿਚਾਰੇ ਕੀ ਕਰਨ? ਉਹ ਕਰਜ਼ਾ ਚੱਕ ਕੇ ਬੈਂਕਾਂ ਤੋਂ ਲੋਨ ਲੈ ਕੇ ਸਾਨੂੰ ਬਾਹਰਲੇ ਮੁਲਕਾਂ ਵਿੱਚ ਭੇਜਦੇ ਨੇ ਕਿ ਕਿਸੇ ਤਰ੍ਹਾਂ ਸਾਡਾ ਬੱਚਾ ਕਾਮਯਾਬ ਹੋ ਜਾਵੇ। ਦੋਸਤੋ, ਇਸ ਵੀਡੀਓ ਵਿੱਚ ਮੈਂ ਗੱਲ ਕਰਾਂਗਾ ਜਦੋਂ ਅਸੀਂ ਬਾਹਰ ਆ ਜਾਂਦੇ ਹਾਂ ਉਸ ਤੋਂ ਬਾਅਦ ਸਾਡੇ ਨਾਲ ਕੀ ਹੁੰਦਾ ਹੈ ਤੇ ਅਸੀਂ ਕੀ ਪ੍ਰੋਬਲਮਸ ਫੇਸ ਕਰਦੇ ਹਾਂ। ਦੋਸਤੋ, ਹੁਣ ਅਸੀਂ ਗੱਲ ਕਰਾਂਗੇ 올ਡ ਜਨਰੇਸ਼ਨ, ਜਿਹੜੇ ਸਾਡੇ ਪੁਰਾਣੇ ਵੀਰ 20-25 ਸਾਲ ਪਹਿਲਾਂ ਇੱਥੇ ਆਏ ਸੀ ਤੇ ਉਹਨਾਂ ਨੇ ਇੱਥੇ ਆ ਕੇ ਕਿੱਦਾਂ ਮਿਹਨਤਾਂ ਕੀਤੀਆਂ, ਉਹਨਾਂ ਨੇ ਕਿਹੜੇ ਹਾਲਾਤਾਂ ਵਿੱਚ ਬਾਹਰ ਆਉਣ ਦੀ ਆਪਸ਼ਨ ਨੂੰ ਚੁਣਿਆ। ਦੋਸਤੋ, ਇੱਥੇ 올ਡ ਤੇ ਨਿਊ ਜਨਰੇਸ਼ਨ ਵਿੱਚ ਤੁਸੀਂ ਇਸ ਤਰ੍ਹਾਂ ਅੰਤਰ ਕਰ ਸਕਦੇ ਹੋ ਕਿ 올ਡ ਜਨਰੇਸ਼ਨ ਤੇ ਪੁਰਾਣੇ ਟਾਈਮਾਂ ਤੇ ਬਾਪੂ ਹੁੰਦਾ ਸੀ ਬਾਪੂ, ਤੇ ਅੱਜ ਕੱਲ੍ਹ ਬਾਪੂ ਬਣ ਗਿਆ ਹੈ ਡੈਡ। ਐਦਾਂ ਹੀ ਮੰਮੀ ਜਾਂ ਮਾਂ ਹੁੰਦੀ ਸੀ ਮਾਂ ਜਾਂ ਮੰਮੀ, ਤੇ ਅੱਜ ਕੱਲ੍ਹ ਉਹ ਬਣ ਗਈ ਹੈ ਮੌਮ। ਦੋਸਤੋ, ਪੁਰਾਣੇ ਸਮੇਂ 'ਚ ਲੋਕ ਭੋਲੇ ਹੁੰਦੇ ਸੀ। ਸਾਡੇ ਮੁਲਕ ਦੇ ਸ਼ਹਿਰ ਵੀ ਪਿੰਡਾਂ ਵਰਗੇ ਹੀ ਹੁੰਦੇ ਸੀਗੇ। ਜਦੋਂ ਲੋਕੀ ਇੱਥੇ ਆਉਂਦੇ ਸੀਗੇ ਉਹ ਮਿਹਨਤ ਕਰਦੇ ਸੀ। ਉਹਨਾਂ ਨੂੰ ਪਿੱਛੇ ਦੇ ਹਾਲਾਤ ਸੁਧਾਰਨ ਲਈ ਇੱਕ ਚਾਹ ਹੁੰਦਾ ਸੀ ਕਿ ਨਹੀਂ, ਅਸੀਂ ਮਿਹਨਤ ਕਰਨੀ ਹੈ ਤੇ ਅਸੀਂ ਪੈਸਾ ਪਿੱਛੇ ਭੇਜਣਾ ਹੈ। ਉਹ ਮਿਹਨਤ ਕਰਦੇ ਸੀ, ਕਾਮਯਾਬ ਹੁੰਦੇ ਸੀ, ਪੇਪਰ ਬਣਾਉਣ ਲਈ ਵੀ ਵੇਟ ਕਰ ਲੈਂਦੇ ਸੀ, ਫਿਰ ਆਪਣੇ ਮੁਲਕਾਂ 'ਚ ਜਾਂਦੇ ਸੀ, ਵਿਆਹ ਕਰਵਾਉਂਦੇ ਸੀ। ਤੇ ਉਹਨਾਂ ਦਾ ਸਿਸਟਮ ਕੁਝ ਹੋਰ ਸੀਗਾ, ਕਿਉਂਕਿ ਉਹਨਾਂ ਵਿੱਚ ਸਬਰ, ਸੰਤੋਖ ਤੇ ਸਭ ਤੋਂ ਵੱਡਾ ਗੁਣ ਮਿਹਨਤ ਕਰਨ ਦਾ ਉਹਨਾਂ ਦੇ ਬਜ਼ੁਰਗਾਂ ਦੁਆਰਾ ਉਹਨਾਂ ਨੂੰ ਦਿੱਤਾ ਜਾਂਦਾ ਸੀ। ਹੁਣ ਅਸੀਂ ਗੱਲ ਕਰਾਂਗੇ ਨਵੀਂ ਜਨਰੇਸ਼ਨ ਦੀ। ਦੋਸਤੋ, ਨਵੀਂ ਜਨਰੇਸ਼ਨ ਆਉਂਦੀ ਹੈ ਚਮਕ ਦਮਕ ਨੂੰ ਦੇਖ ਕੇ। ਦੋਸਤੋ, ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਂਗਾ। ਦੇਖੋ ਦੋਸਤੋ, ਬੱਚਾ ਪੜ੍ਹਦਾ ਹੈ, +2 ਕਰਦਾ ਹੈ, BA ਕਰਦਾ ਹੈ, BTech ਕਰਦਾ ਹੈ, ਉਸ ਦਾ ਸੂਤ ਨਹੀਂ ਆਉਂਦਾ। ਸੂਤ ਕਿਵੇਂ ਆਏਗਾ? ਜਦੋਂ ਤੁਸੀਂ ਆਪਣੀ ਸਟੱਡੀਜ਼ ਨੂੰ ਧਿਆਨ ਦੇ ਨਾਲ ਕੀਤਾ ਹੀ ਨਹੀਂ ਤੇ ਤੁਸੀਂ ਕਿੱਦਾਂ ਕਾਮਯਾਬ ਹੋ ਜਾਓਗੇ? ਤਾਂ ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ, ਜੇ ਸਾਡਾ ਕੋਈ ਵੀਰ ਜੇਕਰ ਉਸਦੇ ਘਰ ਦੀ ਮਾਲੀ ਹਾਲਤ ਠੀਕ ਨਹੀਂ ਹੈ, ਉਹ ਫਾਈਨੈਂਸ਼ੀਅਲੀ ਵੀਕ ਹੈ, ਉਹ ਮੇਰਾ ਵੀਰ ਬਾਹਰ ਜ਼ਰੂਰ ਜਾਵੇ। ਕਿਉਂਕਿ ਦੋਸਤੋ, ਜੇ ਤੁਸੀਂ ਮਿਹਨਤੀ ਹੋ ਤੇ ਤੁਸੀਂ ਬਾਹਰ ਜਾ ਕੇ ਜ਼ਰੂਰ ਕਾਮਯਾਬ ਹੋਗੇ। ਮੈਂ ਮੰਨਦਾ ਹਾਂ ਕਿ ਇੱਥੇ ਐਕਸਪਲੋਇਟੇਸ਼ਨ ਵੀ ਹੈ, ਇੱਥੇ ਕਈ ਬੰਦੇ ਦੂਸਰੇ ਬੰਦੇ ਦਾ ਖੂਨ ਵੀ ਚੂਸਦੇ ਨੇ, ਪਰ ਇੱਥੇ ਲੋਕੋ ਚੰਗੇ ਬੰਦੇ ਵੀ ਨੇ।
ਸੋ ਮੇਰੀ ਇਹੀ ਰਿਕੁਐਸਟ ਹੈ ਕਿ ਜੇ ਸਾਡਾ ਕੋਈ ਵੀਰ ਮਿਹਨਤੀ ਹੈ ਉਹ ਬਾਹਰ ਜ਼ਰੂਰ ਆਵੇ, ਕਿਉਂਕਿ ਦੋਸਤੋ ਗਰੀਬੀ ਤੋਂ ਜ਼ਿਆਦਾ ਬੁਰਾ ਹੋਰ ਕੁਝ ਨਹੀਂ ਹੈ। ਗਰੀਬੀ ਬੰਦੇ ਨੂੰ ਹਰ ਚੀਜ਼ ਸਿਖਾ ਦਿੰਦੀ ਹੈ, ਗਰੀਬੀ ਬੰਦੇ ਨੂੰ ਹਰ ਸਿਚੁਏਸ਼ਨ ਵਿੱਚ ਰਹਿਣਾ ਸਿਖਾ ਦਿੰਦੀ ਹੈ ਔਰ ਗਰੀਬੀ ਬੰਦੇ ਨੂੰ ਕਾਮਯਾਬ ਹੋਣਾ ਸਿਖਾ ਦਿੰਦੀ ਹੈ। ਲੋ ਜੀ ਦੋਸਤੋ, ਹੁਣ ਮੈਂ ਗੱਲ ਕਰਾਂਗਾ ਅੱਜ ਦੀ ਜਨਰੇਸ਼ਨ ਦੇ ਬੱਚਿਆਂ ਦੀ, ਜਾਂ ਤੁਸੀਂ ਕਹਿ ਲਓ ਕਿ ਮੈਂ ਆਪਣੀ ਹੀ ਗੱਲ ਕਰਾਂਗਾ, ਕਿਉਂਕਿ ਦੋਸਤੋ ਅੱਜ ਦੇ ਬੱਚੇ ਬਾਹਰਲੇ ਮੁਲਕਾਂ 'ਚ ਜਾਂਦੇ ਨੇ ਉੱਥੋਂ ਦੀ ਚਮਕ ਦਮਕ ਨੂੰ ਦੇਖ ਕੇ। ਕੀ ਹੁੰਦਾ ਹੈ, ਸਾਡਾ ਕੋਈ ਯਾਰ ਦੋਸਤ ਮਿੱਤਰ ਜਾਂ ਕੋਈ ਪੁਰਾਣਾ ਵੈਲ ਸੈਟਲ ਬੰਦਾ ਇੰਡੀਆ ਆਉਂਦਾ ਹੈ, ਅਸੀਂ ਉਹਨੂੰ ਦੇਖਦੇ ਹਾਂ, ਲਓ ਜੀ ਗੱਡੀ, ਸ਼ੋਹਰਤ, ਮਾਰਕ ਦੇ ਕੱਪੜੇ, ਅਸੀਂ ਕਹਿੰਦੇ ਹਾਂ ਅਸੀਂ ਵੀ ਹੁਣ ਬਾਹਰ ਹੀ ਜਾਣਾ ਹੈ। ਸਾਡਾ ਬਸ ਇੱਕੋ ਹੀ ਮਕਸਦ ਹੁੰਦਾ ਹੈ, ਚਾਹੇ ਸਟੱਡੀ ਵੀਜ਼ਾ ਲੱਗ ਜਾਏ, ਚਾਹੇ ਵਰਕ ਪਰਮਿਟ ਲੱਗ ਜਾਏ, ਚਾਹੇ ਕਿਸੇ ਤਰ੍ਹਾਂ ਦਾ ਵੀ ਵੀਜ਼ਾ ਲੱਗ ਜਾਏ, ਚਾਹੇ ਏਜੰਟ ਨੂੰ ਪੈਸੇ ਦਈਏ, ਬਸ ਬਾਹਰ ਪਹੁੰਚ ਜਾਈਏ, ਉੱਥੇ ਜਾਈਏ, ਕੋਈ ਕੁੜੀ ਲੱਭੀਏ ਜਾਂ ਕੋਈ ਮੁੰਡਾ ਲੱਭੀਏ, ਵਿਆਹ ਕਰਾਈਏ ਜਾਂ ਫਿਰ ਪੈਸੇ ਦਈਏ ਤੇ ਪੱਕੇ ਹੋ ਜਾਈਏ ਤੇ ਬਸ ਜਲਦੀ ਜਲਦੀ ਤਰੱਕੀ ਕਰੀਏ ਤੇ ਆਪਣੇ ਜੋ ਸੁਪਨੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰੀਏ। ਦੋਸਤੋ ਪਰ ਬਾਹਰ ਜਾ ਕੇ ਹੁੰਦਾ ਹੈ ਸਭ ਕੁਝ ਉਲਟ। ਇੱਥੇ ਹੁਣ ਮੈਂ ਗੱਲ ਕਰਾਂਗਾ ਜਿਹੜੇ ਮੇਰੇ ਵੀਰ ਕਿਸੇ ਤਰ੍ਹਾਂ ਦਾ ਵੀ ਵੀਜ਼ਾ ਲੈ ਕੇ, ਚਾਹੇ ਉਹ ਇਲੀਗਲ ਹੀ ਬਾਹਰ ਜਾਂਦੇ ਨੇ, ਦੋਸਤੋ ਜਦੋਂ ਵੀਜ਼ਾ ਲੱਗਦਾ ਹੈ ਤੇ ਸਾਰਿਆਂ ਦਾ ਫੋਨ ਆਉਂਦਾ ਹੈ, ਚਾਚੇ, ਫੁੱਫੜ, ਤਾਈਆਂ, ਕੀ ਤੁਹਾਡੇ ਰਿਸ਼ਤੇਦਾਰ, ਸਭ ਬੰਦੇ ਤੁਹਾਨੂੰ ਫੋਨ ਕਰਦੇ ਨੇ ਜਿੱਦਾਂ ਮੁੰਡੇ ਦਾ ਵੀਜ਼ਾ ਨਹੀਂ, ਉਹ ਸਿੱਧਾ IAS ਭਰਤੀ ਹੋ ਗਿਆ ਹੋਵੇ। ਚਲੋ ਜਾਣ ਦਾ ਦਿਨ ਆ ਜਾਂਦਾ ਹੈ, ਮਾਪੇ ਵਿਚਾਰੇ ਅੱਖਾਂ ਵਿੱਚ ਹੰਝੂ ਲੈ ਕੇ ਮੁੰਡੇ ਨੂੰ ਬਾਹਰ ਤੋਰਦੇ ਨੇ। ਤੇ ਦੋਸਤੋ ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਖੁਸ਼ੀ ਦੇ ਵਿੱਚ ਇੰਨੀ ਖੁਸ਼ੀ ਹੁੰਦੀ ਹੈ ਕਿ ਜਿਹੜਾ ਲੋਨ ਲਿਆ ਹੁੰਦਾ ਹੈ, ਜਿਹੜਾ ਕਰਜ਼ਾ ਚੁੱਕਿਆ ਹੁੰਦਾ ਹੈ, ਉਹ ਵੀ ਬੰਦਾ ਭੁਲਾ ਬੈਠਦਾ ਹੈ। ਫਿਰ ਬੰਦਾ ਜਾਂਦਾ ਹੈ ਬਾਹਰ ਜਾ ਕੇ ਦੋਸਤੋ ਪਹਿਲੇ 10-15 ਦਿਨ ਤਾਂ ਤੁਹਾਨੂੰ ਪਤਾ ਨਿਕਲ ਹੀ ਜਾਂਦੇ ਨੇ। ਫਿਰ ਉੱਥੇ ਸ਼ੁਰੂ ਹੁੰਦਾ ਹੈ ਸਟਰਗਲ ਦਾ ਦੌਰ, ਜਦੋਂ ਨਾਲ ਦੇ ਬੰਦੇ ਕਹਿੰਦੇ ਨੇ ਕਿਰਾਇਆ, ਖਰਚਾ। ਇੱਥੇ ਫਿਰ ਬੰਦਾ ਜਾਂਦਾ ਹੈ ਬਾਹਰ ਕੰਮ ਲੱਭਣ ਲਈ। ਦੋਸਤੋ ਇੱਥੇ ਤੁਹਾਨੂੰ ਇੰਨੀ ਜ਼ਿਆਦਾ ਐਕਸਪਲੋਇਟੇਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਜੇ ਦਿਹਾੜੀ 100 ਯੂਰੋ, ਡਾਲਰ, ਜਾਂ ਤੁਸੀਂ ਜਿਹੜੇ ਵੀ ਦੇਸ਼ ਵਿੱਚ ਜਾਂਦੇ ਹੋ ਉੱਥੇ 100 ਡਾਲਰ, ਯੂਰੋ ਉਸ ਦੇਸ਼ ਵੱਲੋਂ ਦਿਹਾੜੀ ਤੈਅ ਕੀਤੀ ਗਈ ਹੈ ਤੇ ਤੁਹਾਨੂੰ ਮਿਲਣਗੇ 30। ਕੰਮ ਵੀ ਤੁਹਾਡੇ ਤੋਂ, ਜੇ ਨਾਰਮਲ ਬੰਦਾ 8 ਘੰਟੇ ਕੰਮ ਕਰਦਾ ਹੈ ਤੇ ਤੁਹਾਡੇ ਤੋਂ 10 ਤੋਂ 12 ਘੰਟੇ ਕੰਮ ਲਿਆ ਜਾਏਗਾ। ਤੁਹਾਨੂੰ ਟੌਰਚਰ ਵੀ ਕੀਤਾ ਜਾਏਗਾ, ਤੁਹਾਨੂੰ ਹਰ ਤਰ੍ਹਾਂ ਦਾ ਦੁੱਖ ਤਕਲੀਫ ਸਹਿਣਾ ਪਏਗਾ। ਜੇ ਤੁਸੀਂ ਆਪਣੇ ਕਮਰੇ 'ਚ ਜਾਓਗੇ ਉੱਥੇ ਤੁਹਾਨੂੰ ਰੋਟੀਆਂ ਵੀ ਪਕਾਉਣੀਆਂ ਪੈਣਗੀਆਂ, ਕਿਉਂਕਿ ਦੋਸਤੋ ਬਾਹਰਲੇ ਮੁਲਕਾਂ ਵਿੱਚ ਜਦੋਂ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਇਨੀਸ਼ੀਅਲੀ ਕਈ ਵਾਰੀ 10 ਮੁੰਡਿਆਂ 'ਚ ਵੀ ਰਹਿਣਾ ਪੈਂਦਾ ਹੈ, ਕਈ ਵਾਰੀ 8 ਮੁੰਡਿਆਂ 'ਚ ਵੀ ਰਹਿਣਾ ਪੈਂਦਾ ਹੈ। ਇਹ ਕਾਫੀ ਸਟਰਗਲ ਭਰਿਆ ਦੌਰ ਹੁੰਦਾ ਹੈ। ਪਰ ਇੱਥੇ ਗੌਰ ਕਰਨ ਵਾਲੀ ਗੱਲ ਕੀ ਹੈ ਕਿ ਇਸ ਦਾ ਜ਼ਿੰਮੇਵਾਰ ਕੌਣ ਹੈ, ਕਿਉਂਕਿ ਦੋਸਤੋ ਅਸੀਂ ਆਪਣੀ ਕੰਟਰੀ 'ਚ ਮਿਹਨਤ ਨਹੀਂ ਕਰਦੇ, ਇਸ ਕਰਕੇ ਸਾਨੂੰ ਇੱਥੇ ਡਬਲ ਮਿਹਨਤ ਕਰਨੀ ਪੈਂਦੀ ਹੈ। ਤੇ ਮੈਂ ਤੁਹਾਨੂੰ ਜਿੰਨੀਆਂ ਵੀ ਗੱਲਾਂ ਕਰਦਾ ਪਿਆ ਹਾਂ, ਤੁਸੀਂ ਇਹ ਆਪਣੇ ਲਾਈਫ ਦੇ ਨਾਲ ਰਿਲੇਟ ਕਰਕੇ ਦੇਖੋ, ਤੁਸੀਂ ਵੀ ਕਿਤੇ ਨਾ ਕਿਤੇ ਇਹ ਸਟਰਗਲ ਜ਼ਰੂਰ ਕੀਤਾ ਹੋਵੇਗਾ। ਦੋਸਤੋ ਬਾਹਰਲੇ ਮੁਲਕਾਂ ਵਿੱਚ ਤਰਸ ਨਾਂ ਦੀ ਕੋਈ ਚੀਜ਼ ਨਹੀਂ ਹੈ, ਇੱਥੇ ਕੋਈ ਤਰਸ ਨਹੀਂ ਕਰਦਾ। ਜੇ ਤੁਸੀਂ ਲੱਕੀ ਹੋ ਤੁਹਾਨੂੰ ਚੰਗੇ ਬੰਦੇ ਮਿਲ ਜਾਣਗੇ, ਪਰ ਜੇ ਤੁਸੀਂ ਕਿਤੇ ਲੱਕੀ ਨਹੀਂ ਹੋ ਤੇ ਤੁਹਾਡੇ ਤੇ ਤਰਸ ਕੋਈ ਨਹੀਂ ਕਰੇਗਾ। ਇੱਕ ਵਾਰ ਚਲੋ ਤੁਹਾਨੂੰ ਕੰਮ ਮਿਲ ਵੀ ਜਾਏਗਾ, ਅਗਲੀ ਟੈਨਸ਼ਨ ਪੈ ਜਾਂਦੀ ਹੈ ਪੇਪਰਾਂ ਦੀ। ਹੁਣ ਪੇਪਰਾਂ ਲਈ ਪੈਸੇ ਇਕੱਠੇ ਕਰੋ, ਪਹਿਲਾਂ ਕਰਜ਼ਾ ਲਾਇਆ, ਹੁਣ ਪੇਪਰਾਂ ਲਈ ਪੈਸੇ ਇਕੱਠੇ ਕਰੋ। ਚਲੋ ਪੇਪਰਾਂ ਲਈ ਪੈਸੇ ਕਦੀ ਕਿਤੇ ਦਿੱਤੇ, ਕਦੀ ਕਿਤੇ ਦਿੱਤੇ, ਕਦੀ ਕੋਈ ਤਰੀਕਾ ਅਪਣਾਇਆ, ਕਦੀ ਵਿਆਹ ਕਰਾਇਆ, ਕਦੀ ਕੁਛ ਕੀਤਾ, ਪੇਪਰ ਵੀ ਬਣ ਗਏ। ਹੁਣ ਅਗਲਾ ਸਟੈਪ ਹੋ ਜਾਂਦਾ ਹੈ ਇੰਡੀਆ ਜਾ ਕੇ ਵਿਆਹ ਕਰਾਉਣ ਦਾ। ਤੇ ਜਦ ਤੱਕ ਤੁਸੀਂ ਇਸ ਸਟੈਪ ਤੇ ਪਹੁੰਚਦੇ ਹੋ ਤੁਸੀਂ ਪਿੱਛੇ ਝਾਤੀ ਮਾਰ ਕੇ ਦੇਖਦੇ ਹੋ ਤੁਹਾਡੇ 15 ਤੋਂ 16 ਸਾਲ ਇਦਾਂ ਹੀ ਨਿਕਲ ਗਏ ਹੁੰਦੇ ਨੇ। ਦੋਸਤੋ ਮੈਂ ਤੁਹਾਨੂੰ ਸਿਰਫ ਇਹੀ ਰਿਕੁਐਸਟ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਜੇ ਬਾਹਰ ਆਣਾ ਚਾਹੁੰਦੇ ਹੋ ਜਾਂ ਤੁਸੀਂ ਜੇ ਬਾਹਰ ਆ ਗਏ ਹੋ, ਤੁਸੀਂ ਆਪਣਾ ਹੌਸਲਾ ਨਾ ਛੱਡੋ, ਬਸ ਆਪਣੇ ਆਪ ਨੂੰ ਪ੍ਰਪੇਅਰ ਕਰਕੇ ਆਓ, ਡਰੋ ਨਾ, ਤੇ ਇਹ ਹੌਸਲਾ ਬੁਲੰਦ ਕਰਕੇ ਆਓ ਕਿ ਹਾਂ ਮੈਂ ਜਾਣਾ ਹੈ ਤੇ ਮੈਂ ਕਾਮਯਾਬ ਹੋ ਕੇ ਹੀ ਆਣਾ ਹੈ। ਕਿਉਂਕਿ ਜਦੋਂ ਤੁਸੀਂ ਇੱਕ ਵਾਰੀ ਇੱਥੇ ਆ ਜਾਂਦੇ ਹੋ ਤੇ ਦੋਸਤੋ ਇੱਥੋਂ ਵਾਪਸ ਕੋਈ ਨਹੀਂ ਜਾਂਦਾ। ਕਈ ਸਾਡੇ ਦੋਸਤ ਜਿਹੜੇ ਕਿ ਇੰਡੀਆ ਬਹੁਤ ਵੈਲ ਸੈਟਲ ਹੁੰਦੇ ਨੇ, ਉਹ ਵੀ ਬਾਹਰਲੇ ਚੱਕਰਾਂ ਵਿੱਚ ਫਸ ਜਾਂਦੇ ਨੇ, ਬਾਹਰ ਦੀ ਚਮਕ ਦਮਕ ਦੇਖ ਕੇ ਇੱਥੇ ਆ ਜਾਂਦੇ ਨੇ
फिर वो आके देखते हैं कि सानू साडे टाइप की नौकरी नहीं मिलती। क्योंकि दोस्तों चाहे तुसी बाहरले मुल्क च जिथे मर्जी चले जाओ, पर इत्थे तुहानू इंडिया वर्गी ऐश नहीं मिलेगी जे तुहाडे कोल इंडिया 4 पैसे हैगे ने। और जे तुसी उत्थे कोई चंगी जॉब करते पे हो, जे तुहाडी 30-40 हज़ार सैलरी है, तो दोस्तों तुसी इत्थे आके कदी भी सकून दी जिंदगी बतीत नहीं कर सकते जैसा सकून कि तुसी इंडिया विच प्राप्त करते हो। दोस्तों पहलां दे टाइमां 'च बाहरले मुल्कां दे हालात चंगे हुंदे सी, काम भी मिल जांदा सी, पैसे भी मिल जांदे सी ते कर्जा भी छेती लथ जांदा सी। पर अजकल तुहानू पता है कि ब्याज दर भी ज़्यादा है, तो दूसरी गल कि कर्जा लांदे लांदे 4-5 साल आराम नाल बंदे दे निकल जांदे ने। क्योंकि अजकल जे तुहाडी सिर्फ किस्मत है, तुहाडी जान पछाण है, फिर ही तुहानू चंगा काम मिलेगा ते चंगे पैसे बाहरले मुल्कां विच मिलणगे, नहीं तो तुहाडे लई बहुत मुश्किल है, बहुत दुखां भरिया ते मेहनत वाला रस्ता है। दोस्तों मेरी बेनती है कि जिसकी उम्र ज़्यादा है वो बाहरले मुल्कां विच कोशिश करे कि खुद ना आए, अपने बच्चों को भेज दे। क्योंकि दोस्तों असी 45-50 साल तक बड़ी शाही अंदाज नाल इंडिया 'च अपनी जिंदगी बतीत करते हाँ, चाहे गरीब होइए चाहे अमीर। इंडिया विच लोग एक दूसरे को इज्जत नाल बुलाते हैं, पर जदों तुसी बाहरले मुल्कां विच आंदे हो, इत्थे ना तो लोगों के बोलण का तरीका ठीक है ते ना ही बंदियां दा बर्ताव ठीक है। हाँ जे तुसी लकी हो, तुहानू कोई चंगा बंदा मिल जाए, फिर वो तुहाडी है किस्मत। इस करके मेरी बेनती है कि तुसी यंग उम्र दे विच आओ, क्योंकि चंगा नहीं लगता दोस्तों। असी रोज़ देखते हाँ कि बजुर्ग कई बार इत्थे आ जाते हैं, या जिन्हां दी एज 50 साल 45 साल 55 साल हो जाती है, वो इत्थे आ जाते हैं, फिर वो प्रॉब्लम्स नू फेस करते हैं। क्योंकि दोस्तों एक तो पहला ही उम्र इन्नी हो जाती है, दूसरा तुहानू पता हौसला भी टुटन लग जाता है। क्योंकि किसी भी कंट्री सैट होने लई तुहानू 15 तो 20 साल का समय जरूर लगता है। इस करके तुसी अपने आन का विचार छड्ड के अपने बच्चों को भेजो, ताकि वो इत्थे आके कामयाब हो सकन। ते दोस्तों इस तो बाद मैं तुहाडे अगे यही बेनती करदा हाँ कि तुहानू जो भी मैं दस्सिया, ये सब कुछ मैं तुहानू अपने एक्सपीरियंस के नाले कोशिश की है कि तुहानू सच दसां। ते तुसी भी सिर्फ जो कोई बंदा बाहरों आता है, उसकी गड्डी, उसके बूट, उसके कपड़े देख के अंदाजे ना लगाया करो। उसनू ये भी कहा करो कि तू अपने रहन सहन के बारे दस, तू उत्थे की काम करता है, तू सानू उत्थे वीडियो कॉल करके दस्सिया कर। उसनू जरूर टटोलो, उसनू जरूर पुछो। जे दोस्तों वो तुहाडा शुभ चिंतक होएगा, वो तुहानू जरूर सच्चाई दसेगा। बाकी दोस्तों हर बंदे की अपनी अपनी किस्मत है। कई बारी कई बंदियां की किस्मत ऐसी होंदी है कि वो इत्थे आंदे ही कामयाब हो जाते हैं, पर दोस्तों मेहनत तो करनी ही पैंदी है। जे तुहानू मेरी वीडियो चंगी